ਅੱਜ ਜੋ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਉਹ ਘਟਨਾ ਇੱਕ ਗੁਰਸਿੱਖ ਨੌਜਵਾਨ ਨੇ ਸਾਂਝੀ ਕੀਤੀ ਹੈ, ਜੋ ਕਿ ਉਹਨਾਂ ਦੇ ਅੱਖਾਂ ਮੂਹਰੇ ਹੋਈ ਘਟਨਾ ਹੈ। ਉਹ ਦੱਸਦੇ ਨੇ ਕਿ ਦਰਬਾਰ ਸਾਹਿਬ ਤੋਂ ਸੰਤ ਬਾਬਾ ਕਰਨੈਲ ਸਿੰਘ ਜੀ ਨੇ ਕਾਫੀ ਸਮਾਂ ਹਰਮੰਦਰ ਸਾਹਿਬ ਗੁਰਦੁਆਰੇ ਵਿੱਚ ਸੇਵਾ ਕੀਤੀ ਤੇ ਕਾਰ ਸੇਵਾ ਦੇ ਲਈ ਉਹ ਗ੍ਰਾਹੀ ਕਰਨ ਵਾਸਤੇ ਨੇੜੇ ਵੱਖਰੇ ਵੱਖਰੇ ਪਿੰਡਾਂ ਦੇ ਵਿੱਚ ਰੋਜ਼ ਖੁਦ ਜਾਇਆ ਕਰਦੇ ਸੀ। ਪਰ ਇੱਕ ਪਿੰਡ ਅਜਿਹਾ ਸੀ ਜਿੱਥੇ ਉਹ ਰੋਜ਼ਾਨਾ ਸਾਰੀ ਉਮਰ ਜਾਂਦੇ ਰਹੇ ਤੇ ਉਸ ਪਿੰਡ ਦੇ ਵਿੱਚੋਂ ਰੋਜ਼ ਉਹ ਗ੍ਰਾਹੀ ਕਰਦੇ। ਇਹਦੇ ਵਿੱਚ ਸਿੰਘਾਂ ਦੇ ਨਾਲ ਜਾਣਾ, ਗੁਰਦੁਆਰੇ ਸਾਹਿਬ ਦੇ ਗ੍ਰੰਥੀ ਨੂੰ ਬੇਨਤੀ ਕਰ ਦੇਣੀ ਕਿ ਉਹ ਗੁਰਦੁਆਰੇ ਵਿੱਚ ਲੋਸਮੈਂਟ ਕਰ ਦੇਣ ਕਿ ਕਾਰ ਸੇਵਾ ਵਾਲਿਆਂ ਦੀ ਗੱਡੀ ਆ ਚੁੱਕੀ ਹੈ, ਸੇਵਾ ਕਰਨ ਦੇ ਲਈ ਤਿਆਰ ਹੋ ਜਾਓ। ਤੇ ਆਪ ਸਭ ਤੋਂ ਪਹਿਲਾਂ ਪਿੰਡ ਦੇ ਵਸਨੀਕ ਭਾਈ ਗੁਰਦਾਸ ਸਿੰਘ ਅਤੇ ਮਾਤਾ ਚਰਨ ਕੌਰ ਦੇ ਘਰ ਪ੍ਰਸ਼ਾਦਾ ਛਕਣ ਵਾਸਤੇ ਜਾਂਦੇ ਸਨ। ਪਿੰਡ ਵਿੱਚ ਆ ਕੇ ਸਭ ਤੋਂ ਪਹਿਲਾਂ ਉਸੇ ਗੁਰਦਾਸ ਸਿੰਘ ਤੇ ਮਾਤਾ ਚਰਨ ਕੌਰ ਦੇ ਘਰ ਪ੍ਰਸ਼ਾਦਾ ਹੀ ਛਕਦੇ ਸੀ ਤੇ ਫਿਰ ਗੁਰਦਾਸ ਸਿੰਘ ਨੂੰ ਲੈ ਕੇ ਪਿੰਡ ਦੇ ਵਿੱਚ ਗ੍ਰਾਹੀ ਕਰਦੇ ਸੀ। ਲੱਸੀ ਦੇ ਨਾਲ ਪ੍ਰਸ਼ਾਦਾ ਛਕ ਕੇ ਉਹਨਾਂ ਨੇ ਕਹਿਣਾ, ਗੁਰਦਾਸ ਸਿੰਘ ਸੇਵਾ ਕਰੀਏ, ਤੇ ਗੁਰਦਾਸ ਸਿੰਘ ਨਾਲ ਹੋ ਕੇ ਸਾਡੇ ਪਿੰਡ ਦੇ 3-4 ਨੇੜੇ ਪਿੰਡਾਂ ਦੇ ਵਿੱਚ ਉਹਨਾਂ ਦੀ ਗ੍ਰਾਹੀ ਕਰਵਾਉਂਦਾ ਸੀ। ਇਹ ਸੇਵਾ ਗੁਰਦਾਸ ਸਿੰਘ ਪਿਛਲੇ 18 ਸਾਲਾਂ ਤੋਂ ਇੰਜ ਹੀ ਬਾਬਾ ਕਰਨੈਲ ਸਿੰਘ ਜੀ ਨਾਲ ਕਰਦੇ ਆ ਰਹੇ ਸੀ। ਦੱਸਿਆ ਜਾਂਦਾ ਹੈ ਕਿ ਗੁਰਦਾਸ ਸਿੰਘ ਦੇ ਘਰ 5 ਲੜਕੀਆਂ ਸੀ, ਪਰ ਲੜਕਾ ਕੋਈ ਵੀ ਨਹੀਂ। 18 ਸਾਲ ਤੋਂ ਬਾਬਾ ਜੀ ਨਿਤ ਪ੍ਰਸ਼ਾਦਾ ਛਕਦੇ ਸੀ। ਨਾ ਤਾਂ ਕਦੇ ਪਰਿਵਾਰ ਨੇ ਕਿਹਾ ਕਿ ਸਾਨੂੰ ਪੁੱਤਰ ਦੀ ਦਾਤ ਦੀ ਅਰਦਾਸ ਕਰ ਦਿਓ, ਤੇ ਨਾ ਹੀ ਕਦੇ ਬਾਬਾ ਜੀ ਨੇ ਅਰਦਾਸ ਕਰਨ ਦੇ ਲਈ ਕਿਹਾ। ਪ੍ਰਸ਼ਾਦਾ ਛਕਣ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਤੇ ਉਹ ਗ੍ਰਾਹੀ ਵਾਸਤੇ ਨਿਕਲ ਜਾਂਦੇ। 18 ਸਾਲਾਂ ਦੇ ਵਿੱਚ ਚਰਨ ਕੌਰ ਨੇ ਇੱਕ ਵੀ ਵਾਰ ਪੁੱਤਰ ਦੀ ਦਾਤ ਨਹੀਂ ਮੰਗੀ ਤੇ ਨਾ ਹੀ ਕੋਈ ਅਰਦਾਸ ਕਰਵਾਈ। ਸੋ ਸਮਾਂ ਲੰਘਿਆ ਤਾਂ 5 ਧੀਆਂ ਦੇ ਵਿੱਚੋਂ 2 ਧੀਆਂ ਜਵਾਨ ਹੋਈਆਂ। ਗੁਰਦਾਸ ਸਿੰਘ ਨੇ ਸੋਚਿਆ ਕਿ 5 ਧੀਆਂ ਹਨ, 2-2 ਕਰਕੇ ਵਿਆਹ ਦਿੰਦੇ ਹਾਂ ਤਾਂ ਫਿਰ ਹੌਲੀ-ਹੌਲੀ ਸਾਰੀਆਂ ਧੀਆਂ ਦਾ ਵਿਆਹ ਹੋ ਜਾਵੇਗਾ, ਨਹੀਂ ਤਾਂ 5 ਧੀਆਂ ਵਿਆਹੁਣੀਆਂ ਕਿੰਨੀਆਂ ਔਖੀਆਂ ਨੇ, ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਇਹ ਸੋਚ ਕੇ ਉਸਨੇ ਆਪਣੀ 2 ਧੀਆਂ ਦੇ ਜੋ ਨੌਜਵਾਨ ਹੋ ਚੁੱਕੀਆਂ ਸੀ ਯੋਗਵਰ ਲੱਭ ਕੇ ਉਹਨਾਂ ਦਾ ਆਨੰਦ ਕਾਰਜ ਕਰਵਾ ਦਿੱਤੇ। ਘਰ ਵਧੀਆ ਮਿਲੇ ਗਏ ਤੇ ਧੀਆਂ ਖੁਸ਼ ਸਨ। ਤੇ ਫਿਰ 2 ਧੀਆਂ ਹੋਰ ਜਵਾਨ ਹੋਣ ਲੱਗੀਆਂ ਤੇ ਉਹਨਾਂ ਦਾ ਕਾਰਜ ਕਰਨ ਵਾਸਤੇ ਗੁਰਦਾਸ ਸਿੰਘ ਸੋਚ ਹੀ ਰਿਹਾ ਸੀ। ਉਸ ਸਮੇਂ ਤੱਕ ਚਰਨ ਕੌਰ ਦੀ ਉਮਰ ਕੁਝ 56 ਕੁ ਸਾਲਾਂ ਦੀ ਰਹੀ ਹੋਵੇਗੀ। ਇੱਕ ਦਿਨ ਬਾਬਾ ਕਰਨੈਲ ਸਿੰਘ ਜੀ ਉਹਨਾਂ ਦੇ ਪਿੰਡ ਆਏ, ਗੱਡੀ ਗੁਰਦੁਆਰੇ ਦੇ ਸਾਹਮਣੇ ਖੜੀ ਕੀਤੀ ਅਤੇ ਗ੍ਰੰਥੀ ਸਿੰਘ ਨੂੰ ਕਿਹਾ ਕਿ ਅਨਾਉਂਸਮੈਂਟ ਕਰ ਦਿਓ ਤੇ ਸਾਰੇ ਪਿੰਡ ਸੇਵਾ ਲਈ ਤਿਆਰ ਹੋ ਜਾਵੇ, ਆਪਾਂ ਗੁਰਦਾਸ ਦੇ ਘਰ ਪ੍ਰਸ਼ਾਦਾ ਛਕ ਕੇ ਆਵਾਂਗੇ। ਗ੍ਰੰਥੀ ਸਿੰਘ ਕਹਿਣ ਲੱਗੇ ਕਿ ਬਾਬਾ ਜੀ, ਕਾਰ ਸੇਵਾ ਦੀ ਅਨਾਉਂਸਮੈਂਟ ਤਾਂ ਮੈਂ ਕਰ ਦਿੰਨਾ ਹਾਂ, ਪਰ ਜਿਹੜੇ ਘਰੋਂ ਤੁਸੀਂ ਅੱਜ ਪ੍ਰਸ਼ਾਦਾ ਛਕਣ ਚੱਲੇ ਹੋ ਉਸ ਘਰ ਤੁਹਾਨੂੰ ਅੱਜ ਪ੍ਰਸ਼ਾਦਾ ਨਹੀਂ ਮਿਲਣਾ। ਬਾਬਾ ਜੀ ਬੜੇ ਹੈਰਾਨ ਹੋਏ ਤੇ ਪੁੱਛਣ ਲੱਗੇ ਕਿ ਇੰਜ ਕਿਉਂ ਕਹਿ ਰਹੇ ਹੋ? ਤਾਂ ਗ੍ਰੰਥੀ ਸਿੰਘ ਨੇ ਕਿਹਾ ਕਿ ਗੁਰਦਾਸ ਸਿੰਘ ਜੀ ਜਿਸ ਦੇ ਘਰ ਤੁਸੀਂ ਪ੍ਰਸ਼ਾਦਾ ਛਕਦੇ ਹੋ ਉਹਨਾਂ ਦੀ ਘਰ ਵਾਲੀ ਚਰਨ ਕੌਰ ਅੱਜ ਅੰਮ੍ਰਿਤ ਵੇਲੇ ਹੀ ਚੜ੍ਹਾਈ ਕਰ ਗਈ ਹੈ। ਮੈਂ ਵੀ ਉਧਰੋਂ ਉਹਨਾਂ ਦੇ ਘਰੋਂ ਹੀ ਆਇਆ ਹਾਂ। ਸਾਰਾ ਪਿੰਡ ਉੱਥੇ ਉਹਨਾਂ ਦੇ ਘਰ ਵਿੱਚ ਬੈਠਿਆ ਹੋਇਆ ਹੈ। ਬਾਬਾ ਜੀ ਬੜੇ ਹੈਰਾਨ ਹੋਏ ਤੇ ਇੱਕਦਮ ਖਾਮੋਸ਼ ਹੋ ਗਏ। ਨਿਸ਼ਾਨ ਸਾਹਿਬ ਵੱਲ ਦੇਖਿਆ ਤੇ ਕਹਿਣ ਲੱਗੇ ਕਿ ਇੰਜ ਨਹੀਂ ਹੋ ਸਕਦਾ। ਗ੍ਰੰਥੀ ਸਿੰਘ ਨੇ ਕਿਹਾ ਕਿ ਬਾਬਾ ਜੀ ਐਵੇਂ ਹੀ ਹੋਇਆ ਹੈ, ਮੈਂ ਵੀ ਉਧਰੋਂ ਹੀ ਆਇਆ ਹਾਂ। ਸਵੇਰੇ ਨਿਤਨੇਮ ਤੋਂ ਬਾਅਦ ਪਿੰਡ ਉਹਨਾਂ ਦੇ ਘਰ ਵਿੱਚ ਹੀ ਬੈਠਾ ਹੋਇਆ ਹੈ। ਤੁਹਾਨੂੰ ਯਕੀਨ ਨਹੀਂ ਆਉਂਦਾ ਤਾਂ ਤੁਸੀਂ ਖੁਦ ਜਾ ਕੇ ਦੇਖ ਲਵੋ। ਬਾਬਾ ਜੀ ਆਪਣੇ ਸੇਵਾਦਾਰਾਂ ਦੇ ਨਾਲ ਗੁਰਦਾਸ ਸਿੰਘ ਦੇ ਘਰ ਪਹੁੰਚੇ। ਉੱਥੇ ਜਾ ਕੇ ਦੇਖਿਆ ਤਾਂ ਸੱਚ ਵਿੱਚ ਹੀ ਇਹ ਭਾਣਾ ਵਰਤ ਚੁੱਕਿਆ ਸੀ। ਵਿਹੜੇ ਦੇ ਵਿੱਚ ਮੰਜੇ ਦੇ ਉੱਤੇ ਲਾਸ਼ ਪਈ ਹੋਈ ਸੀ ਤੇ ਕੱਪੜੇ ਦੇ ਨਾਲ ਢਕੀ ਹੋਈ ਸੀ। ਦਰੀਆਂ ਵਿਛੀਆਂ ਹੋਈਆਂ ਸੀ ਤੇ ਲੋਕ ਬੈਠੇ ਹੋਏ ਸੀ। ਬਾਕੀ ਵਿਆਹੀਆਂ ਗਈਆਂ ਧੀਆਂ ਤੇ ਰਿਸ਼ਤੇਦਾਰਾਂ ਨੂੰ ਸੁਨੇਹਾ ਲਗਾ ਦਿੱਤਾ ਗਿਆ ਸੀ। ਬਾਬਾ ਜੀ ਮੰਜੇ ਕੋਲ ਗਏ, ਚਰਨ ਕੌਰ ਦੇ ਅੰਤਿਮ ਦਰਸ਼ਨ ਕੀਤੇ ਤੇ ਕੋਲ ਹੀ ਬੈਠ ਗਏ। ਬਾਬਾ ਜੀ ਨੇ ਗੁਰਦਾਸ ਸਿੰਘ ਨੂੰ ਕਿਹਾ ਕਿ ਆਪਣੀ ਧੀ ਨੂੰ ਕਹੋ
ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰੇ। ਥੋੜਾ ਸਮਾਂ ਬਾਬਾ ਜੀ ਉੱਥੇ ਹੀ ਬੈਠ ਗਏ ਕਿ ਇੰਨੇ ਨੂੰ ਪਿੰਡ ਦੀ ਔਰਤ ਉੱਥੇ ਆਉਂਦੀ ਹੈ। ਜਿਵੇਂ ਕਿ ਰਿਵਾਜ ਬਣ ਚੁੱਕਿਆ ਹੈ ਕਿ ਦਿਖਾਵੇ ਦੇ ਲਈ ਥੋੜਾ ਜਿਹਾ ਕੱਪੜਾ ਚੁੱਕ ਕੇ ਲੋਕ ਦਰਸ਼ਨ ਕਰਵਾਉਂਦੇ ਨੇ, ਉਵੇਂ ਹੀ ਉਹ ਔਰਤ ਆਈ, ਮੂੰਹ ਦੇ ਉੱਤੇ ਕੱਪੜਾ ਚੁੱਕਿਆ। ਚੁੱਕਦੇ ਸਾਰ ਹੀ ਉਹ ਹੈਰਾਨ ਹੋ ਗਈ ਤੇ ਉੱਚੀ ਉੱਚੀ ਬੋਲ ਕੇ ਰੌਲਾ ਪਾਉਣ ਲੱਗੀ ਕਿ ਇਸ ਦੀਆਂ ਅੱਖਾਂ ਤਾਂ ਖੁੱਲੀਆਂ ਹੋਈਆਂ ਨੇ। ਉਸ ਦਾ ਰੌਲਾ ਸੁਣ ਕੇ ਲੋਕ ਕਹਿਣ ਲੱਗੇ ਕਿ ਗੁਰਦਾਸ ਸਿੰਘ ਉੱਠ ਕੇ ਉਸ ਦੀਆਂ ਅੱਖਾਂ ਬੰਦ ਕਰ ਦਿਓ। ਸਵਾਸ ਕਈ ਵਾਰ ਅੱਖਾਂ ਰਾਹੀਂ ਨਿਕਲ ਆਉਂਦਾ ਹੈ, ਮਰਨ ਲੱਗਿਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਨੇ। ਅੱਖਾਂ ਬੰਦ ਕਰਨ ਦਾ ਧਿਆਨ ਵਿੱਚ ਨਹੀਂ ਰਿਹਾ ਹੋਵੇਗਾ ਕਿ ਅੱਖਾਂ ਬੰਦ ਕਰ ਦਿਓ। ਗੁਰਦਾਸ ਸਿੰਘ ਉੱਠਿਆ, ਕੱਪੜਾ ਚੁੱਕਿਆ ਤੇ ਜਿਵੇਂ ਹੀ ਅੱਖਾਂ ਤੇ ਹੱਥ ਫੇਰਨ ਲੱਗਿਆ ਤਾਂ ਇੱਕਦਮ ਡਰ ਕੇ ਪਿੱਛੇ ਹਟ ਗਿਆ ਤੇ ਕਹਿਣ ਲੱਗਿਆ ਇਸ ਦੀਆਂ ਅੱਖਾਂ ਤਾਂ ਘੁੰਮ ਰਹੀਆਂ ਨੇ। ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਦੇਖਿਆ ਗਿਆ ਕਿ ਉਸ ਦੇ ਸਵਾਸ ਵੀ ਚੱਲ ਰਹੇ ਨੇ। ਚਰਨ ਕੌਰ ਉੱਠ ਕੇ ਬੈਠ ਗਈ ਤੇ ਬਾਬਾ ਜੀ ਨੇ ਉਸ ਦੇ ਕੋਲ ਆ ਕੇ ਖੜੇ ਹੋ ਗਏ। ਬਾਬਾ ਜੀ ਨੇ ਪਾਣੀ ਮੰਗਵਾਇਆ ਤੇ ਚਰਨ ਕੌਰ ਨੂੰ ਕਹਿਣ ਲੱਗੀ ਕਿ ਇੰਨੇ ਲੋਕ ਸਾਡੇ ਘਰ ਕਿਉਂ ਇਕੱਠੇ ਹੋਏ ਨੇ। ਬਾਬਾ ਜੀ ਕਹਿਣ ਲੱਗੇ ਕੁਝ ਨਹੀਂ ਹੋਇਆ, ਤੁਸੀਂ ਬਸ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰੋ। ਜਦੋਂ ਚਰਨ ਕੌਰ ਨੇ ਬਾਬਾ ਜੀ ਵੱਲ ਦੇਖਿਆ ਤਾਂ ਕੁਝ ਬੋਲਣ ਹੀ ਲੱਗੇ ਸੀ ਤਾਂ ਬਾਬਾ ਜੀ ਕਹਿਣ ਲੱਗੇ ਕਿ ਕੁਝ ਨਾ ਬੋਲੋ, ਤੁਸੀਂ ਸਿਰਫ ਸਤਨਾਮ ਵਾਹਿਗੁਰੂ ਜੀ ਦਾ ਹੀ ਜਾਪ ਕਰੋ। ਹੁਣ ਇਸ ਵੇਲੇ ਸਾਰੇ ਪਿੰਡ ਦੇ ਸਾਹਮਣੇ ਇੱਕ ਮਰਿਆ ਹੋਇਆ ਜਿਉਂਦਾ ਹੋ ਉੱਠਿਆ। ਲੋਕ ਹੈਰਾਨ ਸੀ ਤੇ ਸਾਰਾ ਪਿੰਡ ਉੱਥੇ ਹੀ ਮੌਜੂਦ ਸੀ। ਬਾਬਾ ਜੀ ਨੇ ਕਿਹਾ ਕਿ ਗੁਰਦਾਸ ਸਿੰਘ, ਸਾਰੀ ਸੰਗਤ ਇੱਥੇ ਹੀ ਮੌਜੂਦ ਹੈ, ਤੁਸੀਂ ਲੰਗਰ ਤਿਆਰ ਕਰਵਾਓ, ਆਪਾਂ ਕੀਰਤਨ ਕਰਦੇ ਹਾਂ। ਕੀਰਤਨ ਚੱਲਣ ਲੱਗਿਆ ਤੇ ਰਿਸ਼ਤੇਦਾਰ ਆਉਂਦੇ ਰਹੇ ਤੇ ਕੀਰਤਨ ਚੱਲਦਾ ਰਿਹਾ। ਸਾਰੇ ਇਹ ਜਾਣ ਕੇ ਹੈਰਾਨ ਸੀ ਕਿ ਚਰਨ ਕੌਰ ਦੁਆਰਾ ਜਿਉਂਦੀ ਹੋ ਉੱਠੀ ਹੈ। ਬਾਅਦ ਵਿੱਚ ਗੁਰਦਾਸ ਸਿੰਘ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਇਹ ਸਾਰਾ ਭਾਣਾ ਕੀ ਸੀ। ਬਾਬਾ ਜੀ ਕਹਿਣ ਲੱਗੇ ਕਿ ਆਪਾਂ 18 ਸਾਲਾਂ ਤੋਂ ਤੁਹਾਡੇ ਘਰ ਪ੍ਰਸ਼ਾਦ ਦਾ ਛਕਦੇ ਆ ਰਹੇ ਹਾਂ ਅਤੇ ਅੱਜ ਤੱਕ ਤੁਸੀਂ ਕਦੇ ਵੀ ਪੁੱਤਰ ਦੀ ਦਾਤ ਵਾਸਤੇ ਨਹੀਂ ਕਿਹਾ। ਅੱਜ ਮੈਂ ਸਵੇਰੇ 3 ਵਜੇ ਜਦੋਂ ਅਸੀਂ ਦਰਬਾਰ ਸਾਹਿਬ ਤੋਂ ਚੱਲਣ ਲੱਗੇ ਕਿ ਮਨ ਦੇ ਵਿੱਚ ਵਿਚਾਰ ਆਇਆ ਤੇ ਆਪਾਂ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਗੁਰਦਾਸ ਸਿੰਘ ਦੇ ਘਰ ਦੇ ਵਿੱਚ ਗੁਰਦਾਸ ਸਿੰਘ ਘਰ ਦੇ ਵਿੱਚ ਪੁੱਤਰ ਦੀ ਸੇਵਾ ਦਾ ਕੋਈ ਦਾਨ ਬਖਸ਼ੋ। ਤਾਂ ਪਿੰਡ ਵਿੱਚ ਆ ਕੇ ਪਤਾ ਚੱਲਿਆ ਕਿ ਚਰਨ ਕੌਰ ਨਹੀਂ ਰਹੇ ਤੇ ਫਿਰ ਮਨ ਦੇ ਵਿੱਚ ਆਇਆ ਕਿ ਪਰਮਾਤਮਾ ਦੇ ਅੱਗੇ ਕੀਤੀ ਗਈ ਅਰਦਾਸ ਕਿਵੇਂ ਖਾਲੀ ਹੋ ਸਕਦੀ ਹੈ। 18 ਸਾਲਾਂ ਤੋਂ ਤੁਸੀਂ ਪੂਰੇ ਮਨ ਨਾਲ ਸੇਵਾ ਕੀਤੀ ਸੀ ਤੇ ਉਹ ਅਰਦਾਸ ਕਿਵੇਂ ਖਾਲੀ ਹੋ ਸਕਦੀ ਸੀ। ਫਿਰ ਬਾਬਾ ਜੀ ਨੇ ਪੁੱਛਿਆ ਕਿ ਚਰਨ ਕੌਰ ਦੀ ਕਿੰਨੀ ਉਮਰ ਹੈ ਤਾਂ ਗੁਰਦਾਸ ਸਿੰਘ ਨੇ ਦੱਸਿਆ ਕਿ 56 ਸਾਲ ਦੀ। ਬਾਬਾ ਜੀ ਨੇ ਵਚਨ ਕੀਤੇ ਕਿ ਇੰਨੀ ਹੀ ਉਮਰ ਹੋਰ ਚਰਨ ਕੌਰ ਦੀ ਵੱਧ ਜਾਵੇਗੀ। ਚਰਨ ਕੌਰ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਬਾਬਾ ਜੀ ਨੇ ਗੁਰਵੀਰ ਸਿੰਘ ਰੱਖਿਆ। ਚਰਨ ਕੌਰ ਨੇ ਬਾਬਾ ਜੀ ਨੂੰ ਕਿਹਾ ਹੁਣ ਪੁੱਤਰ ਦੀ ਦਾਤ ਤਾਂ ਮਿਲ ਚੁੱਕੀ ਹੈ, ਬੇਨਤੀ ਕਰਦੀ ਹਾਂ ਕਿ ਅੱਗੇ ਮੇਰੇ ਘਰ ਦੇ ਵਿੱਚ ਪੋਤਿਆਂ ਦੀ ਦਾਤ ਮੈਨੂੰ ਮਿਲੇ ਤੇ ਉਹਨਾਂ ਦੇ ਵਿੱਚੋਂ ਇੱਕ ਪੋਤਾ ਮੈਂ ਗੁਰਦੁਆਰੇ ਸਾਹਿਬ ਦੇ ਸੇਵਾ ਦੇ ਲਈ ਭੇਟ ਕਰਨਾ ਚਾਹੁੰਦੀ ਹਾਂ। ਉਹਨਾਂ ਦੇ ਘਰ 4 ਪੋਤੇ ਹੋਏ ਜਿਨ੍ਹਾਂ ਦੇ ਵਿੱਚੋਂ ਇੱਕ ਪੋਤਾ ਕਾਰ ਸੇਵਾ ਹਰਮੰਦਰ ਸਾਹਿਬ ਵਿੱਚ ਅੱਜ ਵੀ ਸੇਵਾ ਨਿਭਾ ਰਿਹਾ ਹੈ ਤੇ ਮਾਤਾ ਚਰਨ ਕੌਰ 110 ਸਾਲਾਂ ਦੇ ਪੂਰੇ ਹੋ ਕੇ ਮਰੇ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।